ਸਤਿ ਸ਼੍ਰੀ ਅਕਾਲ ਸਟੂਡੈਂਟਸ ਡਿਫਰੈਂਸ਼ੀਏਬਿਲਟੀ ਚੈਪਟਰ ਦੇ ਵਿੱਚ ਬੱਚੇ ਅਸੀਂ ਕਰਦੇ ਪਏ ਸੀ ਐਕਸਰਸਾਈਜ਼ ਡੈਰੀਵੇਟਿਵ ਆਫ ਇਨਵਰਸ ਟ੍ਰਿਗਨੋਮੈਟਰੀ ਫੰਕਸ਼ਨਸ ਅਤੇ ਉਹਦੇ ਵਿੱਚ ਬੱਚੇ ਸਾਡਾ ਟੌਪਿਕ ਹੈ ਇਸ ਦਾ ਡੈਰੀਵੇਟਿਵ ਬਾਏ ਸਬਸਟੀਟਿਊਸ਼ਨ। ਜਿਵੇਂ ਲਾਸਟ ਲੈਕਚਰ ਵਿੱਚ ਤੁਹਾਨੂੰ ਦੱਸਿਆ ਸੀ ਕਿ ਕਿਵੇਂ ਅਸੀਂ ਇਨਵਰਸ ਟ੍ਰਿਗਨੋਮੈਟਰੀ ਫੰਕਸ਼ਨ ਦਾ ਡਿਫਰੈਂਸ਼ੀਏਸ਼ਨ ਕਰਨੀ, ਜਿਹਨੂੰ ਸਾਡੇ ਕੋਲ ਐਂਗਲ ਵਿੱਚ ਕੁਛ ਟ੍ਰਿਗਨੋਮੈਟਰੀ ਫੰਕਸ਼ਨ ਦਿੱਤੀ ਹੁੰਦੀ ਸੀ, ਉਹਨੂੰ ਸਿੰਪਲੈਸਟ ਫਾਰਮ 'ਚ ਕਨਵਰਟ ਕਰਕੇ ਕਰਦੇ ਸੀ। ਅੱਜ ਦਾ ਸਾਡਾ ਟੌਪਿਕ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਜੇ ਤੁਹਾਨੂੰ ਇਨਵਰਸ ਟ੍ਰਿਗਨੋਮੈਟਰੀ ਦਾ ਸਮ ਆਉਂਦਾ ਨਾ ਐਗਜ਼ਾਮ ਦੇ ਵਿੱਚ, ਚਾਹੇ CBSE ਜਾਂ ਪੰਜਾਬ ਬੋਰਡ ਦੇ ਵਿੱਚ 4 ਮਾਰਕਸ ਦਾ, ਅਤੇ ਬਹੁਤ ਜ਼ਿਆਦਾ ਚਾਂਸਸ ਹੁੰਦੇ ਆ ਕਿ ਉਹ ਇਨਵਰਸ ਟ੍ਰਿਗਨੋਮੈਟਰੀ ਦਾ ਸਮ ਸਬਸਟੀਟਿਊਸ਼ਨ ਵਾਲਾ ਜ਼ਰੂਰ ਪਾਉਂਦੇ ਆ। ਠੀਕ ਹੈ, ਅਤੇ ਇਸ ਕਰਕੇ ਅੱਜ ਆਪਾਂ ਸਿੱਖਾਂਗੇ ਕਿ ਸਬਸਟੀਟਿਊਸ਼ਨ ਦੇ ਨਾਲ ਕਿਵੇਂ ਆਪਾਂ ਕਿਸੇ ਵੀ ਇਨਵਰਸ ਟ੍ਰਿਗਨੋਮੈਟਰੀ ਫੰਕਸ਼ਨ ਨੂੰ ਜਿਹੜਾ ਉਹਦਾ ਡੈਰੀਵੇਟਿਵ ਕਰਨਾ ਆ। ਠੀਕ ਹੈ, ਅਤੇ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਕੀ ਸਬਸਟੀਟਿਊਟ ਕਰਨਾ ਆ, ਅਤੇ ਸਬਸਟੀਟਿਊਸ਼ਨ ਕਰਨੀ ਕਿ ਨਹੀਂ ਕਰਨੀ, ਸਾਨੂੰ ਇਹਦੇ ਬਾਰੇ ਵੀ ਕਿਵੇਂ ਪਤਾ ਲੱਗੇਗਾ ਇਨਵਰਸ ਟ੍ਰਿਗਨੋਮੈਟਰੀ ਫੰਕਸ਼ਨ ਦੇ ਵਿੱਚ। ਅੱਜ ਆਪਾਂ ਡਿਟੇਲ ਦੇ ਵਿੱਚ ਉਹਦੇ ਬਾਰੇ ਸਿੱਖਾਂਗੇ। ਠੀਕ ਹੈ, ਸਭ ਤੋਂ ਪਹਿਲਾਂ ਸਬਸਟੀਟਿਊਸ਼ਨ ਸਿੱਖਣ ਤੋਂ ਪਹਿਲਾਂ ਕੁਝ ਬੱਚੇ ਫਾਰਮੂਲੀਜ਼ ਨੇ ਆਪਣੇ ਜੋ +1 'ਚ ਆਪਾਂ ਟ੍ਰਿਗਨੋਮੈਟਰੀ ਦੇ ਪੜ੍ਹੇ, ਉਹ ਸਾਨੂੰ ਆਉਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਅਤੇ ਮੈਂ ਕੰਮ ਕਰਦਾ, ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਕੁਝ ਫਾਰਮੂਲੇਜ਼ ਮੈਂ ਰਾਈਟ ਕਰਕੇ ਸ਼ੋਅ ਕਰਦਾ ਹਾਂ। ਠੀਕ ਹੈ, ਤੁਸੀਂ ਉਹਨਾਂ ਪਹਿਲਾਂ ਫਾਰਮੂਲੇਜ਼ ਨੂੰ ਧਿਆਨ ਨਾਲ ਯਾਦ ਕਰ ਲੈਣਾ ਹੈ, ਦੈਨ ਫਿਰ ਆਪਾਂ ਸਬਸਟੀਟਿਊਸ਼ਨ ਜਿਹੜੀ ਆ ਉਹਨੂੰ ਸ਼ੁਰੂ ਕਰਾਂਗੇ, ਕਿਉਂਕਿ ਫਾਰਮੂਲੇਜ਼ ਸਾਨੂੰ ਯਾਦ ਹੋਣਗੇ, ਉਹਨਾਂ ਦੇ ਬੇਸਿਸ 'ਤੇ ਹੀ ਸਬਸਟੀਟਿਊਸ਼ਨ ਹੋਣੀ ਆ। ਕਿਹੜੇ ਕਿਹੜੇ ਫਾਰਮੂਲੇਜ਼ ਨੇ ਆਪਾਂ 1 ਬਾਏ 1 ਉਹਨਾਂ ਨੂੰ ਰਾਈਟ ਕਰਕੇ ਮੈਂ ਤੁਹਾਨੂੰ ਸਾਹਮਣੇ ਸ਼ੋਅ ਕਰਦਾ ਹਾਂ। ਠੀਕ ਹੈ, ਹਾਂਜੀ ਬੇਟਾ ਦੇਖੋ ਹੁਣ ਫਾਰਮੂਲੇਜ਼ ਮੈਂ ਇੱਥੇ ਲਿਖੇ ਹੋਏ ਆ, 1 ਬਾਏ 1 ਆਪਾਂ ਇਹਨਾਂ ਨੂੰ ਇੱਕ ਵਾਰੀ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਬੱਚੇ sin 2 ਥੀਟਾ ਦਾ ਫਾਰਮੂਲਾ ਹੁੰਦਾ 2 tan ਥੀਟਾ ਅਪੋਨ 1 + tan ਸਕੁਅਰ ਥੀਟਾ। ਮਤਲਬ ਜਿੱਥੇ ਵੀ ਸਾਡੇ ਕੋਲ ਇਹ ਟਰਮ ਬਣ ਜੇ 2 tan ਥੀਟਾ ਅਪੋਨ 1 + tan ਸਕੁਅਰ ਥੀਟਾ। ਸਭ ਤੋਂ ਪਹਿਲਾਂ ਬੱਚੇ ਜਿੰਨੇ ਵੀ ਫਾਰਮੂਲੇਜ਼ ਨੇ ਲਿਖੇ ਸਾਹਮਣੇ ਨਾ, ਇਹਨਾਂ ਸਾਰਿਆਂ ਦੇ ਜੋ ਰਾਈਟ ਹੈਂਡ ਸਾਈਡ 'ਤੇ ਫਾਰਮੂਲੇ ਨਾ, ਇਹ ਤੁਸੀਂ ਜ਼ਰੂਰ ਯਾਦ ਰੱਖਣੇ ਆ ਕਿ ਜੇ 2 tan ਥੀਟਾ ਅਪੋਨ 1 + tan ਸਕੁਅਰ ਥੀਟਾ ਆਏ ਤਾਂ ਉਹਦੀ ਜਗ੍ਹਾ 'ਤੇ ਆਪਾਂ ਕੀ ਲਿਖ ਸਕਦੇ ਹਾਂ, sin 2 ਥੀਟਾ। ਸਿਮਿਲਰਲੀ ਜੇ 2 tan ਥੀਟਾ ਅਪੋਨ 1 - tan ਸਕੁਅਰ ਥੀਟਾ ਆ ਜੇ, ਉਹਦੀ ਜਗ੍ਹਾ 'ਤੇ ਕੀ ਲਿਖ ਸਕਦੇ ਹਾਂ, tan 2 ਥੀਟਾ। ਦੇਖੋ ਇਹਨਾਂ ਦੋਨਾਂ ਵਿੱਚ ਸਿਰਫ ਇੱਕ ਚੀਜ਼ ਡਿਫਰੈਂਸ ਆ, ਇੱਥੇ ਸਾਡੇ ਕੋਲ ਨੀਚੇ ਪਲੱਸ ਆ ਰਿਹਾ, ਇੱਥੇ ਨੀਚੇ ਸਾਡੇ ਕੋਲ ਮਾਈਨਸ ਆ ਰਿਹਾ। ਠੀਕ ਹੈ, ਫਿਰ ਜੇ ਸਾਡੇ ਕੋਲ 1 - tan ਸਕੁਅਰ ਥੀਟਾ ਅਪੋਨ 1 + tan ਸਕੁਅਰ ਥੀਟਾ ਬਣ ਜੇ, ਤੇ ਉਹਦੀ ਜਗ੍ਹਾ 'ਤੇ ਆਪਾਂ ਕੀ ਲਿਖ ਸਕਦੇ ਹਾਂ, cos 2 ਥੀਟਾ। ਨੈਕਸਟ ਜੀ cos 2 ਥੀਟਾ ਦਾ ਫਾਰਮੂਲਾ ਇੱਕ ਹੋਰ ਹੁੰਦਾ 2 cos ਸਕੁਅਰ ਥੀਟਾ -1, ਕਿ 2 cos ਸਕੁਅਰ ਥੀਟਾ -1 ਬਣੇ, ਉਹਦੀ ਜਗ੍ਹਾ 'ਤੇ ਵੀ ਕੀ ਲਿਖ ਸਕਦੇ ਹਾਂ, cos 2 ਥੀਟਾ। ਅਤੇ ਜੇ 1 - 2 sin ਸਕੁਅਰ ਥੀਟਾ ਹੋਏ, ਉਹਦੀ ਜਗ੍ਹਾ 'ਤੇ ਵੀ ਕੀ ਲਿਖ ਸਕਦੇ ਹਾਂ, cos 2 ਥੀਟਾ। ਕਲੀਅਰ। ਨੈਕਸਟ ਸਾਡੇ ਕੋਲ tan ਹੁਣ ਅੱਗੇ 3 ਥੀਟਾ ਦੇ ਫਾਰਮੂਲੇ ਜੀ, tan 3 ਥੀਟਾ ਹੁੰਦਾ ਆ 3 tan ਥੀਟਾ -tan ਕਿਊਬ ਥੀਟਾ ਅਪੋਨ 1 - 3 tan ਸਕੁਅਰ ਥੀਟਾ। ਇੱਦਾਂ ਹੀ ਬੱਚੇ cos 3 ਥੀਟਾ ਹੁੰਦਾ ਹੈ 4 cos ਕਿਊਬ ਥੀਟਾ -3 cos ਥੀਟਾ, ਅਤੇ sin 3 ਥੀਟਾ ਹੁੰਦਾ ਆ 3 sin ਥੀਟਾ -4 sin ਕਿਊਬ ਥੀਟਾ। ਇਹ ਵਿੱਚ ਜੋ ਰਾਈਟ ਹੈਂਡ ਸਾਈਡ 'ਤੇ ਫਾਰਮੂਲੇਜ਼ ਆ, ਇਹਨਾਂ ਜ਼ਰੂਰ ਯਾਦ ਰੱਖਣਾ, ਕਿਉਂਕਿ ਅਸੀਂ ਜਦੋਂ ਹੁਣ ਸਬਸਟੀਟਿਊਸ਼ਨ ਦੇ ਬਾਰੇ ਸਿੱਖਣਾ ਆ ਤਾਂ ਸਾਨੂੰ ਇਹ ਫਾਰਮੂਲੇਜ਼ ਆਉਣੇ ਬਹੁਤ ਜ਼ਰੂਰੀ ਆ। ਇਹਨਾਂ ਦੀ ਹੈਲਪ ਨਾਲ ਹੀ ਸਾਨੂੰ ਪਤਾ ਲੱਗੇਗਾ ਕਿ ਆਪਾਂ ਕੀ ਸਬਸਟੀਟਿਊਟ ਕਰਨਾ ਆ ਆਪਣੀ ਫੰਕਸ਼ਨ ਦੇ ਵਿੱਚ। ਠੀਕ ਹੈ ਜੀ, ਚਲੋ ਬੱਚੇ ਇਹ ਫਾਰਮੂਲੇਜ਼ ਨੋਟ ਕਰ ਲਓ ਅਤੇ ਇੱਕ ਵਾਰੀ ਯਾਦ ਕਰ ਲਓ। ਯਾਦ ਕਰਨ ਤੋਂ ਬਾਅਦ ਫਿਰ ਵੀਡੀਓ ਪੌਜ਼ ਕਰਕੇ ਯਾਦ ਕਰਕੇ ਉਸ ਤੋਂ ਬਾਅਦ ਫਿਰ ਵੀਡੀਓ ਜਿਹੜੀ ਆ ਉਹ ਚਾਹੇ ਸਟਾਰਟ ਕਰ ਲਿਓ। ਠੀਕ ਹੈ, ਹੁਣ ਬੱਚੇ ਆਪਾਂ ਅੱਗੇ ਸਟਾਰਟ ਕਰਦੇ ਹਾਂ। ਹੁਣ ਸਬਸਟੀਟਿਊਸ਼ਨ ਨੂੰ ਕਿਵੇਂ ਆਪਾਂ ਅਪਲਾਈ ਕਰਨਾ ਹੈ ਆਪਣੇ ਸਮ ਦੇ ਵਿੱਚ। ਬੱਚੇ ਸਬਸਟੀਟਿਊਸ਼ਨ ਜਿਹੜੀ ਆ ਉਹ 2 ਤਰੀਕੇ ਦੀ ਹੋਏਗੀ। ਪਹਿਲੀ ਡਾਇਰੈਕਟ ਫਾਰਮੂਲੇਜ਼ ਦੇ ਉੱਪਰ ਸਬਸਟੀਟਿਊਸ਼ਨ ਕਰਾਂਗੇ। ਸੈਕਿੰਡ ਜਦੋਂ ਕੋਈ ਵੀ ਡਾਇਰੈਕਟ ਫਾਰਮੂਲਾ ਨਹੀਂ ਬਣਦਾ ਹੋਏਗਾ, ਫਿਰ ਕਿਸ ਤਰੀਕੇ ਨਾਲ ਕਰਨੀ ਆ ਉਹ ਤੁਹਾਨੂੰ ਮੈਂ ਉਹ ਦੱਸਾਂਗਾ। ਠੀਕ ਹੈ, ਸਟਾਰਟ ਕਰਦੇ ਬੱਚੇ ਆਪਾਂ ਫਸਟ ਟਾਈਪ ਦੀ ਸਬਸਟੀਟਿਊਸ਼ਨ। ਚਲੋ ਬੱਚੇ ਸਟਾਰਟ ਕਰਦੇ ਜੀ। ਆਪਾਂ ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਹੀ ਸਮਝਣਾ ਹੈ। ਠੀਕ ਹੈ, ਹੁਣ ਸਭ ਤੋਂ ਪਹਿਲਾਂ ਜਦੋਂ ਵੀ ਸਾਡੇ ਸਾਹਮਣੇ ਇਨਵਰਸ ਟ੍ਰਿਗਨੋਮੈਟਰੀ ਵਾਲਾ ਸਮ ਹੋਏਗਾ ਜਿਹਨੂੰ ਅਸੀਂ ਡਿਫਰੈਂਸ਼ੀਏਟ ਕਰਨਾ ਹੈ, ਤੇ ਸਾਡੇ ਮਾਈਂਡ ਵਿੱਚ 2-3 ਚੀਜ਼ਾਂ ਹੋਣੀਆਂ ਚਾਹੀਦੀਆਂ। ਸਭ ਤੋਂ ਪਹਿਲੀ ਕਿ ਇਨਵਰਸ ਟ੍ਰਿਗਨੋਮੈਟਰੀ ਦੇ ਸਮ ਨੂੰ ਆਪਾਂ ਡਿਫਰੈਂਸ਼ੀਏਟ ਕਰ ਰਹੇ ਹਾਂ, ਅਤੇ ਜਿਹੜਾ ਉਹਦਾ ਐਂਗਲ ਆ, ਕਿ ਆਪਾਂ ਉਸ ਐਂਗਲ ਦੇ ਵਿੱਚ ਕੋਈ ਸਬਸਟੀਟਿਊਟ ਕਰੀਏ ਕੋਈ ਟ੍ਰਿਗਨੋਮੈਟਰੀ ਫੰਕਸ਼ਨ, ਤਾਂ ਕਿ ਕੋਈ ਡਾਇਰੈਕਟ ਫਾਰਮੂਲਾ ਬਣ ਜੇ ਅਤੇ ਸਾਡਾ ਸਮ ਜਿਹੜਾ ਆ ਉਹ ਈਜ਼ੀ ਹੋ ਜੇ। ਹੁਣ ਕੁਝ ਬੱਚਿਆਂ ਦੇ ਮਾਈਂਡ 'ਚ ਇਹ ਚੀਜ਼ ਜ਼ਰੂਰ ਆਊਗੀ, ਜਾਂ ਕੁਝ ਕੁਐਸਚਨਸ ਵੀ ਰਾਈਜ਼ ਹੋਣਗੇ ਕਿ ਸਰ ਇਨਵਰਸ ਟ੍ਰਿਗਨੋਮੈਟਰੀ ਦਾ ਸਮ ਜਦੋਂ ਆਪਾਂ ਸੋਲਵ ਕਰਦੇ ਹਾਂ ਅਤੇ ਸਾਨੂੰ ਪਤਾ ਕਿੱਦਾਂ ਲੱਗੇਗਾ ਕਿ ਇੱਥੇ ਕਿਹੜਾ ਤਰੀਕਾ ਅਪਲਾਈ ਹੋਣਾ ਆ। ਅਤੇ ਮੈਂ ਤੁਹਾਨੂੰ ਦੱਸਦਾ, ਦੇਖੋ ਬੱਚੇ, ਸਭ ਤੋਂ ਪਹਿਲਾਂ ਜਦੋਂ ਵੀ ਤੁਹਾਡੇ ਸਾਹਮਣੇ ਇਨਵਰਸ ਟ੍ਰਿਗਨੋਮੈਟਰੀ ਸਮ ਆਉਣਾ, ਤੁਸੀਂ ਇਹ ਦੇਖਣਾ ਕਿ ਉਹਦਾ ਐਂਗਲ ਕਿਵੇਂ ਦਾ। ਜੇ ਤਾਂ ਬੇਟਾ ਉਹਦਾ ਐਂਗਲ ਹੈਗਾ ਆ ਟ੍ਰਿਗਨੋਮੈਟਰੀ ਫੰਕਸ਼ਨ,
फिर तुहानूं पता आपां लास्ट लैक्चर कीता सी कि की करना, उन्होंने सिंपलैस्ट फॉर्म च कन्वर्ट करना, उहदे उपर कुछ ट्रिग्नोमैट्री दी आइडेंटिटीज़ अप्लाई करके, कुछ डिवाइड करके, कुछ फॉर्मूलेज अप्लाई करके दैन आपां उहनूं सिंपलैस्ट फॉर्म च कन्वर्ट करते सी ते उहदे नाल साडा सम बहुत ही स्टेटमेंट ईजी बन जाती सी ते ईजली आपां डिफरेंशिएट करदे। पहला तरीका तो ये हो गया सम दा। दूसरा, जे उहदा एंगल ट्रिग्नोमैट्री फंक्शन नहीं आ, एंगल काहदे विच आ रहा, एक्स विच आ रहा, ठीक है, एक्स विच टर्म साडे कोल आ रही अल्जैब्रिक आ रहा एंगल, तो उदों बेटा की देखना, ये देखना कि जिहड़ा एंगल आ उहदे विच एक्स की जगह ते कुछ आपां सबस्टिट्यूट करिए तो साडे कोल कोई फॉर्मूला बन जे जिहदे नाल फायदा की होएगा, जो बाहर इनवर्स फंक्शन है ना वो अंदर फॉर्मूला उस फंक्शन का बन जाएगा तो वह कट हो जाएगा। आपां ने सोचना है कि फॉर्मूला या सबस्टिट्यूशन जिहड़ी आ वो किस तरीके की अप्लाई की जाए। हुण देखो, हुण ये सम वाल देखिए आपां, y इज इक्वल टू है साडे कोल साइन इनवर्स 2x अपॉन 1 प्लस एक्स स्केयर। हूँ तो आप देखो आ जिहड़ा एंगल आ 2x अपॉन 1 प्लस एक्स स्केयर, इस x की जगह पर कोई मैं एक ट्रिग्नोमैट्री फंक्शन अप्लाई करा या सबस्टिट्यूट करा इत्थे कि मेरे को कोई फॉर्मूला बनता। तो हुणे बेटा जिहड़े आपां फॉर्मूले कीते आ उहदा फस्ट फॉर्मूला देखो, उहदा फस्ट फॉर्मूला की हैगा ही साइन 2 थीटा इज इक्वल टू 2 टैन थीटा अपॉन 1 प्लस टैन स्केयर थीटा। हुण देखो ये एंगल नूं इस फॉर्मूले की राइट साइड के नाल एक थोड़ा जिहा मैच करो तो तुहानूं की सिमिलैरिटी लगती आ, जिथे जिथे इत्थे एक्स आ रहा उत्थे उत्थे की इत्थे आ रहा टैन। इहदा मतलब ये कि जदों भी इनवर्स ट्रिग्नोमैट्री का एंगल तुहानूं इदां दा लगे भी एक्स जगह ते कोई ट्रिग्नोमैट्री फंक्शन पुट करन दे नाल साडे कोल फॉर्मूला बनदा पिया आ, दैन आपां की करना बच्चे उही ट्रिग्नोमैट्री फंक्शन उत्थे सबस्टिट्यूट कर देना। हुण तुहानूं एक छोटा जिहा मैं इहदा ना ट्रिक देना कि सानूं किदां पता लगेगा कि इत्थे फॉर्मूला बनना किहड़ा हुंदा आ। देखो बेटा जे बाहर साइन इनवर्स फंक्शन है ना तो अंदर सबस्टिट्यूशन तो बाद ना जां ते अंदर साइन का फॉर्मूला ही बनेगा तो जां बनेगा कॉस का, इन्हां दोनों तो इलावा होर फॉर्मूला नहीं बनेगा। देख लिओ ठीक, अगे सम आपां करना इदां ही होएगा क्योंकि साइन नूं इनवर्स नूं साइन नाल कट कर सकते हैं। हुण दी कहोगे सर साइन इनवर्स बाहर है अंदर जे कॉस का बन गया तो फिर की करांगे, कोई गल नहीं, अगे सम आएगा तो आपां उहनूं भी तुहानूं दस्सांगे भी किवें सॉल्व करना है, ठीक है। हुण देखिए इत्थे सानूं क्लीयर तो हो गया जी, लो जी इत्थे फॉर्मूला बन गया साडे कोल, आपां जस्ट की करना एक्स नूं पुट कर दईए टैन थीटा। देखो आपां सबस्टिट्यूशन करनी किद्दां आ, मैं तां तुहानूं कह रहा सी ना कि जिन्ने फॉर्मूलेज आ उन्हां दी राइट हैंड साइड जरूर याद करनी, क्योंकि साडे जिन्ने भी समझ सके आपां करने ना जो डायरैक्ट फॉर्मूला बनना है राइट हैंड साइड नाल साडा जिहड़ा एंगल है मैच करना है, बस फर्क ही जिथे साडे कोल एक्स आ रहा है ना उत्थे साडे कोल ट्रिग्नोमैट्री फंक्शन बस पुट करना आपां, ठीक है। चलो जी हुण सॉल्व किवें करना देखिए आपां सिक्की माड़ा जिहनूं बच्चे पुट करना आपां एक्स नूं टैन थीटा, ठीक है जी। हुण देखो एक चीज़ होर इत्थे करनी है, एक्स नूं टैन थीटा पुट कर लिया, इस ना थीटा की वैल्यू भी आपां जिहड़ी फाइंड कर लेनी है। जे एक्स टैन थीटा आ दैन साडे कोल जिहड़ा थीटा आ किहदे कोल आएगा, देखो थीटा टैन जाके उहदा इनवर्स बन जाएगा, थीटा आ जाएगा टैन इनवर्स एक्स। इदां क्यों कीता तुहानूं अगे जाके अपने पता लग जाएगा, ठीक है जी। करो एक्स नूं पुट करो जी हुण टैन थीटा, साडे कोल वाई की आ गया, वाई इज इक्वल टू साइन इनवर्स 2 टैन थीटा अपॉन 1 प्लस टैन स्केयर थीटा। दैन ये बच्चे फॉर्मूला किहदे कोल हुंदा है, लिखिया राइट साइड देखो साइन 2 थीटा दे, दैन इहदी जगह ते आपां की कर देंगे सबस्टिट्यूट साइन इनवर्स साइन 2 थीटा। तो आप बच्चे इनवर्स ट्रिग्नोमैट्री च पढ़िया कि बाहर साइन इनवर्स होए अंदर साइन इनू कट कर देने हैं, ये कट होकर साडे कोल क्या आ जाएगा y इज इक्वल टू 2 थीटा। अच्छा जी 2 थीटा साडे कोल आ गया, बट आपां फाइंड की करना है dy बाय dx। साडे कोल हुण देखो सम बहुत ही ईजी बन गया, सबस्टिट्यूशन नाल कटिंग हो गई, साडे कोल आंसर की आ गया 2 थीटा। हुण देखो बच्चे आपां dy बाय dx फाइंड करना, बट साडा एंगल साडे कोल y की वैल्यू आ गई 2 थीटा। हुण इत्थे आपां थीटा की जिहड़ी वैल्यू आ वो इत्थों जो आपां फाइंड कीती सी इत्थे करनी है सबस्टिट्यूट, ठीक है। साडे कोल y की आ गया y इज इक्वल टू 2 इंटू टैन इनवर्स x, इहदी बच्चे कर दो डिफरेंशिएशन की आ गई जी dy बाय dx इज इक्वल टू 2 तो कॉन्स्टेंट है इदां रहेगा, इहदी क्या आ जाएगी साडे कोल 1 अपॉन 1 प्लस एक्स स्केयर, ये आ गया इक्वल टू 2 अपॉन 1 प्लस एक्स स्केयर, ये साडा आ गया जी dy बाय dx। क्लीयर होया जी सबस्टिट्यूशन किवें आपां अप्लाई करनी है, ठीक है। एक बच्चे होर आपां छोटे जी एग्जाम्पल लेने हैं, तो हुण अगे आपां इदां दी एग्जाम्पल सबस्टिट्यूशन वाली एग्जाम्पल तुहानूं करावांगा, ठीक है। बहुत ध्यान नाल सिक्खियो,
कोई एग्जाम्पल्स मैं एक्सरसाइज सम वैसे मैं करवा रहा स्पैक्ट्रम तो कोई सम एक्सरसाइज ਦੇ ਕਰਾਵਾਂ ਕੋਈ ਐਗਜ਼ਾਮਪਲਸ ਕਰਾਵਾਂਗਾ ਇਹਦੇ ਨਾਲ ਦੇ ਜਿੰਨੇ ਸਮਸ ਆਪਾਂ ਕਰਾਂਗੇ ਲੈਕਚਰ ਦੇ ਵਿੱਚ ਜਿਵੇਂ ਕਰਾਵਾਂਗਾ ਉਵੇਂ ਹੀ ਬੱਚੇ ਤੁਸੀਂ ਸਮ ਜਿਹੜੇ ਦੂਜੇ ਵੀ ਆਪਣੇ ਸੋਲਵ ਕਰਨੇ ਠੀਕ ਹੈ ਜੀ ਹੁਣ ਨੈਕਸਟ ਸਮ ਸਟਾਰਟ ਕਰਦੇ ਹਾਂ ਹਾਂ ਦੇਖੀ ਜੀ ਆਪਾਂ ਹੁਣ ਨੈਕਸਟ ਸਮ ਨੂੰ ਬੱਚੇ ਸਮ ਦੇ ਵਿੱਚ ਦੇਖੋ y ਸਾਡੇ ਕੋਲ ਹੈਗਾ cos ਇਨਵਰਸ 1 - x² upon 1 + x²। फाइंड करना बच्चे dy/dx। सब तो पहला ਜਦੋਂ भी ਸਾਡੇ ਕੋਲ ਕੋਈ ਵੀ ਤਾਂ ਦੱਸਿਆ ਕਿ ਇਨਵਰਸ ਫੰਕਸ਼ਨ ਹੈਗਾ ਪਹਿਲਾਂ ਆਪਾਂ ਹੀ ਦੇਖਣਾ ਕਿ ਇਹਦਾ ਐਂਗਲ ਟ੍ਰਿਗਨੋਮੈਟ੍ਰਿਕ ਹੈ ਨਹੀਂ ਚਲੋ ਜੀ ਨਹੀਂ ਹੈਗਾ ਦੈਨ ਆਪਾਂ x ਦੀ ਜਗ੍ਹਾ ਤੇ ਕੋਈ ਸਬਸਟੀਟਿਊਟ ਕਰੀਏ ਤਾਂ ਕੀ ਸਾਡੇ ਕੋਲ ਕੋਈ ਫਾਰਮੂਲਾ ਬਣਦਾ ਤੇ ਤੁਸੀਂ ਸਕਰੀਨ ਦੀ ਰਾਈਟ ਸਾਈਡ ਦੇਖ ਲਓ ਕਿ ਜੇ ਮੈਂ ਇੱਥੇ x ਦੀ ਜਗ੍ਹਾ ਤੇ ਕੀ ਪੁੱਟ ਕਰਾਂ tan ਥੀਟਾ ਤੇ ਇਹ ਕੀ ਬਣ ਜਾਏਗਾ ਦੇਖੋ 1 - tan square theta upon 1 + tan square theta। ਉਹਦਾ ਬੱਚੇ ਫਾਰਮੂਲਾ ਜਿਹੜਾ ਆ ਉਹ ਕਿਹਦੇ ਕੋਲ ਹੁੰਦਾ ਹੈ cos 2 ਥੀਟਾ ਦੇ ਤੇ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸਬਸਟੀਟਿਊਸ਼ਨ ਵੀ ਇਸ ਤਰੀਕੇ ਨਾਲ ਹੋਣੀ ਆ ਫਾਰਮੂਲਾ ਵੀ ਕਾਹਦਾ ਬਣਨਾ ਹੈ ਜਿਹੜਾ ਬਾਹਰ ਇਨ ਫੰਕਸ਼ਨ ਇਨਵਰਸ ਹੋਏਗਾ ਜਾਂ ਤੇ ਉਹੀ ਅੰਦਰ ਬਣੇਗਾ ਜੇ cos ਇਨਵਰਸ ਆ ਅੰਦਰ cos ਜਾਂ sin ਬਣੇਗਾ ਠੀਕ ਹੈ ਜੇ ਬਾਹਰ ਸਾਡੇ ਕੋਲ tan ਹੈਗਾ ਆ ਦੈਨ ਅੰਦਰ tan ਬਣੇਗਾ ਜਾਂ cot ਬਣੇਗਾ ਤੇ ਜੇ ਬਾਹਰ secant ਇਨਵਰਸ ਹੈਗਾ ਆ ਅੰਦਰ ਜਾਂ ਫਿਰ secant ਜਾਂ ਫਿਰ ਕੋਸੀਕੈਂਟ ਬਣੇਗਾ ਠੀਕ ਹੈ ਉਹਦਾ ਕਾਰਨ ਕੀ ਆ ਜਦੋਂ ਆਪਾਂ ਉਲਟ ਫੰਕਸ਼ਨ ਬਣੇਗਾ ਤੁਹਾਨੂੰ ਦੱਸਾਂਗਾ ਵੀ ਉਹਦਾ ਕੀ ਕਾਰਨ ਹੁੰਦਾ ਠੀਕ ਹੈ ਇੱਥੇ ਸਾਡੇ ਕੋਲ ਸਿੰਬਲ ਹੈ ਕਿ ਆਪਾਂ ਫਿਰ x ਨੂੰ ਪੁੱਟ ਕਰ ਦਿੰਦੇ ਆ tan ਥੀਟਾ ਸਾਡੇ ਕੋਲ ਡਾਇਰੈਕਟ ਬਣਦਾ ਪਿਆ ਅੰਦਰ cos 2 ਥੀਟਾ ਦਾ ਫਾਰਮੂਲਾ x ਨੂੰ ਪੁੱਟ ਕਰ ਦਿਓ ਜੀ tan ਥੀਟਾ ਲਓ ਜੀ ਇਹ ਸਾਡੇ ਕੋਲ ਕੀ ਆ ਗਿਆ y = cos ਇਨਵਰਸ 1 - tan square theta upon 1 + tan square theta। ਇਹ ਬੱਚੇ ਸਬਸਟੀਟਿਊਸ਼ਨ ਤਾਂ ਹੀ ਜਿਹੜੀ ਆ ਸਾਨੂੰ ਈਜ਼ੀ ਲੱਗਣੀ ਆ ਜੇ ਸਾਨੂੰ ਫਾਰਮੂਲੇ ਆ ਪਤਾ ਹੋਣਗੇ ਜੇ ਮੈਨੂੰ ਪਤਾ ਹੀ ਨਹੀਂ ਹੈ ਕਿ 1 - tan square theta upon 1 + tan square theta ਤਾਂ ਫਾਰਮੂਲਾ cos 2 ਥੀਟਾ ਹੁੰਦਾ ਤੇ ਮੈਂ ਸਬਸਟੀਟਿਊਸ਼ਨ ਦੇ ਬਾਰੇ ਕਿਵੇਂ ਸੋਚਾਂਗਾ ਨਾ ਇਸ ਕਰਕੇ ਜ਼ਰੂਰ ਬੱਚੇ ਫਾਰਮੂਲੇ ਜਿਹੜੇ ਆ ਉਹ ਪਹਿਲਾਂ ਯਾਦ ਕਰ ਲੈਣੇ ਠੀਕ ਹੈ y = cos ਇਨਵਰਸ ਇਹ ਬੱਚੇ ਸਾਡੇ ਕੋਲ ਆ ਗਿਆ ਜੀ cos 2 ਥੀਟਾ cos ਨਾਲ cos ਬੱਚੇ ਕੱਟ ਹੋ ਗਿਆ ਤੇ ਆਨਸਰ ਕੀ ਆ ਮੇਰੇ ਕੋਲ 2 ਥੀਟਾ ਹੁਣ ਮੈਂ dy/dx ਫਾਈਂਡ ਕਰ ਮੇਰੇ ਕੋਲ ਆ ਗਿਆ y = ਥੀਟਾ ਇਹ ਕਰਕੇ ਮੈਂ ਕੀ ਕਰਾਂਗਾ ਇੱਥੇ ਥੀਟਾ ਦੀ ਵੈਲਿਊ ਫਾਈਂਡ ਕਰਾਂਗਾ ਜੇ x tan ਥੀਟਾ ਹੈ ਥੀਟਾ ਕੀ ਆ ਜਾਏਗਾ ਬੱਚੇ ਇੱਥੇ ਸਾਡੇ ਕੋਲ tan ਇਨਵਰਸ x ਦੇ ਇਕੁਅਲ ਠੀਕ ਹੈ ਜੀ ਇੱਥੇ ਸੋਲਵ ਕਰ ਲੈਨੇ ਆ ਇੱਥੇ ਬੱਚੇ ਵੈਲਿਊ ਪੁੱਟ ਕਰ ਦਿਓ y = ਆ ਗਿਆ 2 * tan ਇਨਵਰਸ x डिफरेंशिएट बोथ साइड विद रिस्पेक्ट टू x dy/ds आ गया 2 ਦੇ ਕਾਂਸਟੈਂਟ ਸੀ tan ਇਨਵਰਸ x ਦੀ ਕਿਉਂ ਨਹੀਂ ਹੈ 1/1 + x²। ਠੀਕ ਹੈ ਜੀ ਇਹ ਸਾਡਾ ਗਿਆ ਜੀ ਆਨਸਰ ਠੀਕ ਹੈ ਹੁਣ ਥੋੜਾ ਜਿਹਾ ਆਪਾਂ ਡਿਫਰੈਂਟ ਸਮਸ ਵੱਲ ਮੂਵ ਕਰਦੇ ਹਾਂ ਸਬਸਟੀਟਿਊਸ਼ਨ ਦੇ ਠੀਕ ਹੈ ਨੋਟ ਡਾਊਨ ਕਰ ਲਓ ਇਹਨੂੰ ਜੀ ਦੇਖੋ ਬੇਟਾ ਨੈਕਸਟ ਐਗਜ਼ਾਮਪਲ y = cos ਇਨਵਰਸ 2x² - 1 ਹੈ फाइंड करना बच्चे dy/dx फिर बच्चे वही सेम ਸਾਡੇ ਕੋਲ ਬਾਹਰ cos ਇਨਵਰਸ ਆ ਅੰਦਰ ਹੀ ਸੋਚਣਾ ਕਿ x ਨੂੰ ਆਪਾਂ ਕੀ ਸਬਸਟੀਟਿਊਟ ਕਰੀਏ ਕਿ ਸਾਡੇ ਕੋਲ ਕੋਈ cos ਜਾਂ sin ਦੇ ਵਿੱਚ ਪ੍ਰੋਪਰਟੀ ਬਣ ਸਕਦੀ ਹੈ ਦੈਨ ਮੈਂ ਥੋੜਾ ਜਿਹਾ ਫਾਰਮੂਲੇ ਵੱਲ ਦੇਖਦਾ ਪਿੱਛੇ ਆਪਾਂ ਕੀਤੇ ਸੀ ਤੇ ਸਾਡੇ ਕੋਲ ਕੀ ਹੁੰਦਾ ਦੇਖੋ ਰਾਈਟ ਸਾਈਡ ਸਕਰੀਨ ਤੇ cos 2 ਥੀਟਾ ਸਾਡੇ ਕੋਲ ਕੀ ਦੇ ਇਕੁਅਲ ਹੁੰਦਾ 2 cos k ਥੀਟਾ - 1 ਇਹਦਾ ਮਤਲਬ ਇਹ ਕਿ ਜੇ ਮੈਂ x ਜਗ੍ਹਾ ਤੇ ਕੀ ਪੁੱਟ ਕਰਦਾ cos ਥੀਟਾ ਦੈਨ ਮੇਰੇ ਕੋਲ ਕਿਹਦਾ ਫਾਰਮੂਲਾ ਬਣ ਜਾਏਗਾ ਇੱਥੇ cos 2 ਥੀਟਾ ਦਾ ਬੱਚੇ ਹੀ ਬਾਰ ਆਪਾਂ ਇੱਥੇ ਸਬਸਟੀਟਿਊਟ ਕਰਨਾ पुट करांगे x = cos थीटा ठीक है जी then साडा की बन गया y = cos इनवर्स 2 cos k थीटा - 1 ਤੇ 2 cos k थीटा बच्चे -1 की इक्वल है cos 2 थीटा दे ये आ गया y = cos इनवर्स cos 2 थीटा then cos ਨਾਲ cos ਬੱਚੇ ਕੈਂਸਲ ਹੋ ਗਿਆ ਇਹ ਸਾਡੇ ਕੋਲ ਆ ਗਿਆ 2 ਥੀਟਾ ਦੇ ਇਕੁਅਲ ਠੀਕ ਹੈ ਜੀ then x ਸਾਡੇ ਕੋਲ cos ਥੀਟਾ ਦੇ ਇਕੁਅਲ ਆ ਇਥੋਂ ਥੀਟਾ ਸਾਡੇ ਕੋਲ ਕੀ ਆ ਜਾਏਗਾ cos ਇਨਵਰਸ x ਦੇ ਇੱਥੇ ਆਪਾਂ 2 ਥੀਟਾ ਜਗ੍ਹਾ ਤੇ ਕੀ ਪੁੱਟ ਕਰ ਦਾਂਗੇ y = 2 * cos ਇਨਵਰਸ x ਹੁਣ ਜੀ ਕਰ ਦਿਓ ਡਿਫਰੈਂਸ਼ੀਏਸ਼ਨ ਜੀ dy/dx = 2 * cos ਇਨਵਰਸ ਦੀ ਕੀ ਹੁੰਦੀ ਹੈ -1/√1 - ਐਂਗਲ ਦਾ ਸਕੁਅਰ ਇਹ ਸਾਡੇ ਕੋਲ ਆ ਗਈ ਜੀ -2/√1 - x² ਠੀਕ ਹੈ ਜੀ
ਇਵੇਂ ਹੀ ਦੇਖੋ ਕੋਈ ਸਮ ਸਾਡੇ ਹੋਣਗੇ ਜਿਨ੍ਹਾਂ ਦੇ ਵਿੱਚ ਬਾਹਰ ਕਾਜ ਇਨਵਰਸ ਸਾਡੇ ਕੋਲ ਆ ਸਾਈਨ ਇਨਵਰਸ ਆ ਰਿਹਾ ਹੋਏਗਾ, ਅੰਦਰ ਸਾਈਨ 2 ਥੀਟਾ ਦਾ ਫਾਰਮੂਲਾ ਸਾਡੇ ਕੋਲ ਹੋਏਗਾ। ਹੋ ਸਕਦਾ ਉੱਥੇ ਵੀ ਕਾਜ 2 ਥੀਟਾ ਦਾ ਫਾਰਮੂਲਾ ਵੀ ਸਾਡੇ ਕੋਲ ਹੋਏ, ਬਾਹਰ ਸਾਈਨ ਇਨਵਰਸ ਹੋਏ ਅੰਦਰ ਕਾਜ ਹੋਏ। ਠੀਕ ਹੈ ਜੀ। ਨੈਕਸਟ ਆਪਾਂ ਇੱਕ ਦੋ ਹੋਰ ਹੁਣ ਇਵੇਂ ਦਾ ਇੱਕ ਸਮ ਮੈਂ ਕਰਦਾ ਜਿਹਦੇ ਵਿੱਚ ਬਾਹਰ ਸਾਡੇ ਕੋਲ ਫੰਕਸ਼ਨ ਮੰਨ ਲਓ ਕਾਜ ਹੈ ਜਾਂ ਸਾਈਨ ਇਨਵਰਸ ਹੋਏਗਾ, ਅੰਦਰ ਉਹ ਤੋਂ ਉਲਟਾ ਫੰਕਸ਼ਨ ਬਣੇਗਾ। ਉਹਨੂੰ ਕਿਸ ਤਰੀਕੇ ਨਾਲ ਆਪਾਂ ਸੋਲਵ ਕਰਨਾ ਹੈ ਉਹ ਵੀ ਸਿੱਖਦੇ ਹਾਂ। ਠੀਕ ਹੈ, ਨੋਟ ਡਾਊਨ ਕਰ ਲਓ ਜੀ ਇਹਨੂੰ। देखो बेटा एग्जाम्पल y इज इक्वल टू है cos इनवर्स 2x अपॉन 1 प्लस एक्स स्क्वेयर। ठीक है, फाइंड करना डी वाई बाई डी एक्स, डिफरेंशिएट विद रिस्पेक्ट टू एक्स ही करेंगे। सब तो पहले देखो बच्चे बाहर cos इनवर्स है, अंदर देखो कुछ एंगल जाने पछाने जा 2x अपॉन 1 प्लस एक्स स्क्वेयर। इतने x जगह ते आपां की पुट करिए जे tan पुट करिए साडे कादी प्रॉपर्टी बनेगी ये साइन 2 थीटा दी, बट बाहर cos इनवर्स है तो क्या सी कि बाहर cos इनवर्स होए अंदर साइन की भी बन सकती है तो कॉस की बन सकती, कोई प्रॉब्लम नहीं। इदा ही जो बाहर साइन इनवर्स होए अंदर साइन कॉस ही बन सकती है। दैन जे उल्ट बनती है तो फिर किमें आप सॉल्व करना, हम इतने ही सीखना आप। ठीक है, सब तो पहला बच्चे पता ही सानू पुट करांगे एक्स नूं इत्थे आपां टैन थीटा, तो ये साडे कोल आ गया y इज इक्वल टू कॉस इनवर्स 2 टैन थीटा अपॉन 1 प्लस टैन स्क्वेयर थीटा। ठीक है जी। देन ये आ गया y इज इक्वल टू कॉज इनवर्स, ये बेटा साढ़े को आ जाएगा साइन 2 थीटा। हुण जी प्रॉब्लम फिर बाहर है जी कॉज इनवर्स, अंदर है जी साइन, दोवें कट तो हो नहीं सकते। देन की किया जाए, अंदर साढ़े कोल कॉज की प्रॉपर्टी भी तो कोई नहीं बनती पई, प्रॉपर्टी तो बनती पई ही साइन की। हुण थोड़ा सोचो कि आपां जो 10वीं क्लास दे विच ट्रिग्नोमैट्री स्टार्ट की सी, उहदे विच आपां कुछ कॉम्पलीमेंटरी एंगल का कॉन्सैप्ट कीता सी। कॉम्पलीमेंटरी एंगल च मतलब कि जे साइन एक एंगल ते जो हुंदा ही उही सेम कॉज हुंदा ही किहदे ते 90 माइनस उही एंगल ते आपां इस करके साइन नूं ते कॉज कन्वर्ट करके लिख ही सकते हैं। किवें, मान लो जे मेरे कोल साइन थीटा आया, उन्हें मैं लिख सकते हैं कॉज 90 माइनस थीटा। ठीक है, बस यही आप चीज़ यूज़ करनी है। जे बाहर कॉज इनवर्स है तो अंदर जे साइन आ गया, साइन कच कन्वर्ट कर देना है कॉज दे विच। किवें, जो साइन का एंगल है वो क्या जाएगा कॉज 90 माइनस एंगल। इदा ही जे बाहर टैन इनवर्स आ, अंदर कॉट आ जाए साडे कोल ते कॉट नूं कच कन्वर्ट कर देंगे टैन दे विच किवें, उही 90 माइनस एंगल करके। ठीक है, सेम बच्चे आप इत्थे यूज़ करांगे y इज इक्वल टू कॉज इनवर्स, ये साडे कोल क्या आ जाएगा कॉज, ध्यान देखियो की करना आप 90 ਜਾਂ इत्थे पाई बाय 2 वैसे यूज़ करते होंगे क्योंकि रेडियन ਦੇ ਵਿੱਚ ਆਪਾਂ यूज़ करते हैं, तो 90 ਨੂੰ एज ए पाई बाय ਆਪਾਂ 2 लिखना ਹੁੰਦਾ। पाई बाय 2 माइनस देखो एंगल की है साइन 2 थीटा ही, कॉज पाई बाय 2 माइनस क्या आ जाएगा साडे कोल 2 थीटा आ जाएगा। ठीक है जी, कॉज ना कॉज कैंसल, वाई साडे कोल की आ गया पाई बाय 2 माइनस 2 थीटा। हुण अगे बच्चे प्रोसीजर सेम हैगा, की करांगे आपां पाई बाय 2 माइनस थीटा की वैल्यू बच्चे फिर क्या आ जाएगी टैन इनवर्स एक्स आ जाएगी 2 इंटू टैन इनवर्स एक्स, इन्हें कर दो डिफरेंशिएट, साढ़े को आ जाएगा जी डी वाई बाय डी एक्स इज इक्वल टू पाई बाय 2 की आ जाएगी 0 माइनस 2 अपॉन आ जाएगी जी 1 प्लस एक्स स्क्वेयर, आंसर आएगा जी माइनस 2 अपॉन 1 प्लस एक्स स्क्वेयर। ठीक है जी, इस करके जो मान लो बाहर साढ़े कोल फंक्शन अलग आ, अंदर ਉਹਦਾ ਕੰਪਲੀਮੈਂਟਰੀ ਫੰਕਸ਼ਨ ਬਣ ਜੇ ਤਾਂ ਵੀ ਕੋਈ ਪ੍ਰੋਬਲਮ ਨਹੀਂ, ਆਪਾਂ ਉਹਨੂੰ ਉਹਦੇ ਫੰਕਸ਼ਨ ਵਿੱਚ ਹੀ ਕਨਵਰਟ ਕਰ ਸਕਦੇ ਹਾਂ ਜਿਵੇਂ ਤਰੀਕਾ ਤੁਹਾਨੂੰ ਦੱਸਿਆ ਇਸ ਤਰੀਕੇ ਦੇ ਨਾਲ। ਠੀਕ ਹੈ ਜੀ, ਨੋਟ ਡਾਊਨ ਕਰ ਲਓ। ਹੁਣ ਬੱਚੇ ਅੱਗੇ ਇੱਕ ਆਪਾਂ ਸਬਸਟੀਟਿਊਸ਼ਨ ਵਾਲਾ ਸਮ ਕਰਾਂਗੇ ਇੱਕ, ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਜੇ ਡਾਇਰੈਕਟ ਫਾਰਮੂਲਾ ਨਾ ਬਣਦਾ ਹੋਏ ਦੈਨ ਆਪਾਂ ਸਬਸਟੀਟਿਊਸ਼ਨਸ ਕਿਵੇਂ ਕਰਨੀਆਂ ਨੇ ਉਹਨੂੰ ਆਪਾਂ ਨਾਲ ਸਿੱਖਾਂਗੇ। ਇੱਕ ਐਗਜ਼ਾਮਪਲ ਹੋਰ ਆਪਾਂ ਫਾਰਮੂਲੇ ਦੇ ਉੱਪਰ ਹੀ ਸਬਸਟੀਟਿਊਸ਼ਨ ਦੀ ਕਰਾਂਗੇ। देखिए नेक्स्ट एग्जाम्पल जी, y इज इक्वल टू एस सीकेंड इनवर्स 1/4x³ माइनस 3x, फाइंड डी वाई बाई डी एक्स। देखो जी, हम सम पहला की सी कि जिहदे साडे कोल बाहर साइन इनवर्स या कॉज इनवर्स से अंदर सेम फंक्शन बन रहा सी। इत्थे थोड़ा चेंज की देखो, बाहर साडे कोल सीकेंड इनवर्स है, बट आपां कोई भी इदां दा फॉर्मूला पढ़े नहीं जिहड़ा सीकेंड दे इक्वल होए, है ना। फॉर्मूले तो पढ़े जां ते cos 2 थीटा ਜਾਂ साइन ਦੇ इक्वल ਜਾਂ ਫਿਰ tan 2 थीटा tan 3 थीटा। ਸੀਕੈਂਟ ਦਾ ਤੇ ਆਪਾਂ ਫਾਰਮੂਲਾ ਪੜ੍ਹਿਆ ਨਹੀਂ ਕੋਈ, ਜਾਂ ਫਾਰਮੂਲਾ ਆਪਾਂ ਦੇਖਿਆ ਹੀ ਨਹੀਂ, ਹੈ ਨਾ, ਨਾ ਲਿਖਿਆ ਕੋਈ। ਫਿਰ ਕਿਸ ਤਰੀਕੇ ਨਾਲ ਆਪਾਂ ਇਹਨੂੰ ਸੋਲਵ ਕਰਨਾ, ਜਦੋਂ ਵੀ ਬਾਹਰ ਸਾਡੇ ਕੋਲ ਸੀਕੈਂਟ ਇਨਵਰਸ ਕੋਸੀਕੈਂਟ ਇਨਵਰਸ
ये दो साडे कोल फंक्शन दिते होण, टैन होए कॉट होए, टैन इनवर्स कॉट इनवर्स होए, साइन इनवर्स कॉज इनवर्स होए, कोई प्रॉब्लम नहीं, क्योंकि उन्हां दे साडे कोल अंदर फॉर्मूले बन जाते हैं। साइन इनवर्स आ जां कॉज जां साइन का बन जाएगा तां भी ठीक आ, टैन इनवर्स आ कॉट जां टैन का बन जाएगा तां भी ठीक आ। बट जे सीकेंट इनवर्स आ अंदर फॉर्मूला जिहड़ा आ वो साडे कोल डायरैक्ट सीकेंट दा ते नहीं होएगा। फिर फॉर्मूला काहदा बनेगा, देखो बच्चे, जे बार सीकेंट इनवर्स आ ते अंदर चांसिस होणगे कि फॉर्मूला की बनेगा, डिनोमीनेटर दे विच हमेशा फॉर्मूला तुहाडा बनेगा कॉज का, क्योंकि 1/cos साडे कोल की हुंदा आ सीकेंट। हुण देखो इत्थे यही चीज़ है, ਆਪਾਂ थोड़ा का डिनोमीनेटर वाली एक्स वाली टर्म ਨੂੰ थोड़ा ध्यान ਨਾਲ देखिए, 4x³ - 3x ਜਿਹੜੇ ਸਟਾਰਟਿੰਗ ਤੇ ਫਾਰਮੂਲੇ ਕੀਤੇ, ਥੋੜਾ ਉਹਦੇ ਵੱਲ ਦੇਖੋ ਕੋਈ ਮੈਚ ਕਰਦਾ ਕਿ x ਜਗ੍ਹਾ ਤੇ ਕੋਈ ਵੈਲਿਊ ਆਏ। ਹੁਣ ਦੇਖੋ ਰਾਈਟ ਸਾਈਡ ਤੇ 4cos³ θ - 3cos θ, ਇਹ ਬੱਚੇ ਕਿਹਦੀ ਕੋਲ ਫਾਰਮੂਲਾ ਹੁੰਦਾ ਸੀ cos 3θ ਦੇ। ਠੀਕ ਹੈ, ਬਸ ਇਹ ਕਹਿੰਦੇ ਕਿ ਫਾਰਮੂਲੇ ਜਿਹਨੂੰ ਰਾਈਟ ਹੈਂਡ ਸਾਈਡ ਤੇ ਚੀਜ਼ਾਂ ਯਾਦ ਹੋਣਗੀਆਂ, ਆਪਾਂ ਬਸ ਉਹਨੂੰ ਐਂਗਲ ਨਾਲ ਕੰਪੈਰੀਜ਼ਨ ਕਰਨਾ ਵੀ x ਜਗ੍ਹਾ ਤੇ की वैल्यू लईए ताकि साडे कोल कोई डायरैक्ट फॉर्मूला बने। तो आज आपां देखिया कि x जगह ते जे आपां पुट करते हैं cos थीटा, तो ये साडे कोल फॉर्मूला काहदा बन जांदा y = secant इनवर्स 1/4cos³ थीटा - 3cos थीटा। ये बच्चे नीचे साडे कोल फॉर्मूला बन गया जी cos 3θ ਦਾ। ਹੁਣ ਬਣ ਗਿਆ ਨਾ cos, ਤੇ 1/cos ਸਾਡੇ ਕੋਲ ਕੀ ਹੁੰਦਾ ਜੀ ਸੀਕੈਂਟ। ਇਹ ਆ ਗਿਆ ਸੀਕੈਂਟ 3θ, ਸੀਕੈਂਟ ਨਾਲ ਸੀਕੈਂਟ ਕੈਂਸਲ, y ਕਿਹਦੇ ਕੋਲ ਆ ਗਿਆ ਜੀ 3θ ਦੇ। ਹੁਣ ਕੀ ਬੱਚੇ ਕੀ ਕਰਨਾ ਆਪਾਂ, ਇਤੋਂ ਥੀਟਾ ਦੀ ਵੈਲਿਊ ਲਓ, ਕੀ ਆਏਗੀ ਸਾਡੇ ਕੋਲ cos ਇਨਵਰਸ x। ਜਦੋਂ ਵੀ ਥੀਟਾ ਦੀ ਵੈਲਿਊ ਫਾਈਂਡ ਕਰਨੀ ਹੈ, ਜੇ ਕੁਛ ਇੱਥੇ ਮਲਟੀਪਲਾਈ ਹੋ ਰਿਹਾ ਹੋ ਉਧਰ ਆ ਕੇ ਡਿਵਾਈਡ ਕਰਨਾ, ਫਿਰ ਆਪਾਂ ਉਹਦਾ ਇਨਵਰਸ ਲੈ ਕੇ ਜਾਣਾ ਹੁੰਦਾ। ਠੀਕ ਹੈ, ਤੇ ਕੁਛ ਵੀ ਨਹੀਂ ਹੋ ਰਿਹਾ ਤਾਂ ਕਰਕੇ cos ਦਾ ਕੀ ਹੋਇਆ cos ਇਨਵਰਸ x। ਇਹ ਸਾਡੇ ਕੋਲ ਜੀ y ਆ ਗਿਆ 3 cos ਇਨਵਰਸ x, ਦੈਨ ਡਿਫਰੈਂਸ਼ੀਏਟ ਕਰ ਦਿਓ dy/dx ਸਾਡੇ ਕੋਲ ਆ ਗਿਆ ਜੀ 3 cos ਇਨਵਰਸ x। ਸਾਡੇ ਕੋਲ ਡਿਫਰੈਂਸ਼ੀਏਸ਼ਨ ਕੀ ਆ ਜਾਏਗੀ ਜੀ -1/√1 एंगल का स्केयर, दैन dy/dx आ गया साडे कोल जी -3/√1 x स्केयर। ठीक है जी, ये सी बच्चे कि डायरैक्ट फॉर्मूलेस जिन्होंने साडे बनते होण ते किवें आपां सबस्टिट्यूशन जिहड़ी करनी। हुण आपां अगे सीखना है कि जे डायरैक्ट फॉर्मूला ना बनता होए दैन आपां किवें जिहड़ी आ वो सबस्टिट्यूशन करनी है। किहड़ी गल दा ध्यान रखना कि वो रूल्स हैगे साडे कोल सबस्टिट्यूशन दे, आपां उहदे बारे पढ़दे हां। ठीक है जी, सामने नोट डाउन कर लो। हाँ जी स्टूडेंट्स, हुण बेटा जिहड़ा आपां सम सॉल्व कर लगे हाँ, हुण देखियो इहदे विच कोई आपां x की जगह ते जे वैल्यू सबस्टिट्यूट करते हैं तो की साडे कोल कोई फॉर्मूला बनदा। देखिए इत्थे कोई भी आपां इदां दा सम सॉल्व कीता अज तक कि जिहदे विच इदां दा कोई राइट हैंड साइड दे विच x की जगह ते वैल्यू पुट करिए साडे कोल कोई फॉर्मूला बने। आई थिंक नहीं, क्योंकि जिन्ने भी फॉर्मूलेज आपां पढ़े आ स्टार्टिंग ते कोई भी इस एंगल दे नाल मैच नहीं करता पिया। तो हुण बच्चे आपां सैकेंड टाइप की सबस्टिट्यूशन जिहड़ी आ वो पढ़ लगे हैं कि जिहदे विच मान लो कि तुहानूं इनवर्स फंक्शन जिहड़ा आ उहदा एंगल दा कोई डायरैक्ट फॉर्मूला सबस्टिट्यूशन ना बनदा होए, दैन आपां सबस्टिट्यूशन जिहड़ी आ वो किस तरीके नाल अप्लाई करनी है। ठीक है, तो उहदे वास्ते बेटा की हुंदा साडे कुछ रूल्स ने, आपां उस रूल्स नूं डिस्कस कर लैंदे आ। ठीक है, सब तो पहला बेटा जे साडे कोल स्केयर रूट दे विच 1 - x स्केयर आ रहा होए, दैन आपां की करना x नूं 1 मीनस इत्थे साडे कोल a स्केयर मान लो कि कॉन्सटेंट कोई भी हो सकता, a स्केयर - x स्केयर आ रहा हो, x नूं की पुट करना a sin थीटा। ठीक है जी, आपां x नूं a sin थीटा सबस्टिट्यूट करना। सैकेंड जे बच्चे साडे कोल a स्केयर प्लस x स्केयर आ रहा होए, दैन x नूं बच्चे पुट करना आपां a tan थीटा। ठीक है, थर्ड जे तुहाडे कोल स्केयर रूट दे विच x स्केयर माइनस a स्केयर आ रहा है, ये बच्चे सबस्टिट्यूशन उदों करनी है जदों कोई डायरैक्ट फॉर्मूला ना बनता होए। जो लग रहा है कि डायरैक्ट फॉर्मूला कोई नहीं बनता पिया, दैन असीं ये सबस्टिट्यूशन जिहड़ियां ने इस तरीके नाल अप्लाई करनी होंदियां। ठीक है,
ਦੈਨ ਜੇ ਸਕੇਅਰ ਰੂਟ ਦੇ ਵਿੱਚ ਐਕਸ ਸਕੇਅਰ ਮਾਈਨਸ ਏ ਸਕੇਅਰ ਹੋਏ ਦੈਨ ਐਕਸ ਨੂੰ ਪੁੱਟ ਕਰਨਾ ਆਪਾਂ ਏ ਸੀਕੈਂਟ ਥੀਟਾ। ਠੀਕ ਹੈ ਜੀ। ਇਸ ਤੋਂ ਬਾਅਦ ਨੈਕਸਟ ਫੋਰਥ ਸਾਡੇ ਕੋਲ ਸਬਸਟੀਟਿਊਸ਼ਨ ਆਉਂਦੀ ਆ ਕਿ ਜੇ ਮੰਨ ਲਓ ਸਾਡੇ ਕੋਲ 1 ਪਲੱਸ ਐਕਸ ਸਕੇਅਰ ਜਾਂ 1 ਮਾਈਨਸ ਐਕਸ ਸਕੇਅਰ ਆ ਰਿਹਾ ਹੋਏ ਜਾਂ ਫਿਰ ਇਸ ਤੋਂ ਇਲਾਵਾ ਕਈ ਵਾਰੀ ਸਕੇਅਰ ਰੂਟ ਦੇ ਵਿੱਚ ਇੱਦਾਂ 1 ਪਲੱਸ ਐਕਸ ਜਾਂ 1 ਮਾਈਨਸ ਐਕਸ ਆ ਰਿਹਾ ਹੋਏ ਦੈਨ ਅਸੀਂ ਕੀ ਸਬਸਟੀਟਿਊਟ ਕਰ ਸਕਦੇ ਹਾਂ। ਐਕਸ ਸਕੇਅਰ ਆ ਰਿਹਾ ਹੋਏ ਐਕਸ ਸਕੇਅਰ ਨੂੰ ਆਪਾਂ ਕਾਜ਼ ਥੀਟਾ ਪੁੱਟ ਕਰ ਸਕਦੇ ਹਾਂ ਜਾਂ ਫਿਰ ਇੱਥੇ ਐਕਸ ਆ ਇਹਨੂੰ ਵੀ ਆਪਾਂ ਕਾਜ਼ ਥੀਟਾ ਜਿਹੜਾ ਆ ਉਹ ਸਬਸਟੀਟਿਊਟ ਕਰ ਸਕਦੇ ਹਾਂ, ਜਿਹਦੇ ਨਾਲ ਸਾਡੇ ਕੁਝ ਪ੍ਰੋਪਰਟੀ ਜਿਹੜੀਆਂ ਨੇ ਉਹ ਬਣ ਸਕਦੀਆਂ। ਇਹ ਸਬਸਟੀਟਿਊਸ਼ਨ ਜਿਹੜੀ ਆ ਜਦੋਂ ਆਪਾਂ ਕਰਾਂਗੇ ਤੇ ਉਹ ਐਂਗਲ ਨੂੰ ਚੈੱਕ ਕਰਕੇ ਕੀਤੀ ਜਾਊਗੀ ਕਿ ਇਹ ਸਬਸਟੀਟਿਊਸ਼ਨ ਦੇ ਨਾਲ ਹੀ ਆਪਾਂ ਸੋਲਵ ਕਰ ਸਕਦੇ ਹਾਂ ਕਿ ਜਾਂ ਫਿਰ ਹੋ ਸਕਦਾ ਕਈ ਵਾਰੀ ਜਿੱਦਾਂ 1 ਪਲੱਸ ਐਕਸ ਸਕੇਅਰ ਆ ਰਿਹਾ ਹੁੰਦਾ ਤੇ ਉੱਥੇ ਡਾਇਰੈਕਟ ਫਾਰਮੂਲਾ ਵੀ ਬਣਦਾ ਹੁੰਦਾ। ਜੇ ਡਾਇਰੈਕਟ ਫਾਰਮੂਲਾ ਨਾ ਬਣੇ ਦੈਨ ਆਪਾਂ ਇਹਨਾਂ ਸਬਸਟੀਟਿਊਸ਼ਨ ਨੂੰ ਸੋਚਣਾ। ਠੀਕ ਹੈ। ਹੁਣ ਦੇਖੋ ਸਭ ਤੋਂ ਪਹਿਲਾਂ ਇਨਵਰਸ ਫੰਕਸ਼ਨ 'ਚ ਕੀ ਹੁੰਦਾ ਹੈ, ਸਬਸਟੀਟਿਊਸ਼ਨ ਸੋਚਣੀ ਆਪਾਂ ਐਂਗਲ ਦੀ ਸਾਡੇ ਕੋਲ ਡਾਇਰੈਕਟ ਫਾਰਮੂਲੇ ਦੇ ਨਾਲ। ਜੇ ਉਹ ਪੋਸੀਬਲ ਨਹੀਂ ਹੈਗੀ ਫਿਰ ਇਹਨਾਂ ਦੇ ਅਕੋਰਡਿੰਗ ਆਪਾਂ ਸਬਸਟੀਟਿਊਸ਼ਨ ਸੋਚਣੀ ਹੈ। ਜੇ ਇਹ ਵੀ ਪੋਸੀਬਲ ਨਹੀਂ ਹੁੰਦੀ ਤਾਂ ਫਿਰ ਸਾਡੇ ਕੋਲ ਲਾਸਟ ਹਥਿਆਰ ਤਾਂ ਹੈ ਹੀ ਆ ਡਾਇਰੈਕਟ ਉਹਨੂੰ ਡਿਫਰੈਂਸ਼ੀਏਟ ਕਰਨ ਦਾ। ਠੀਕ ਹੈ। ਦੇਖੋ ਬੱਚੇ ਹੁਣ ਇੱਥੇ ਕੋਈ ਡਾਇਰੈਕਟ ਫਾਰਮੂਲਾ ਨਹੀਂ ਸੀ ਬਣਦਾ ਪਿਆ ਬਟ ਸਾਨੂੰ ਪਤਾ ਕਿ ਇਹਦੇ ਸਕੇਅਰ ਰੂਟਸ ਕੀ ਆ ਰਿਹਾ 1 ਮਾਈਨਸ ਐਕਸ ਸਕੇਅਰ ਦੈਟ ਇਜ਼ ਏ ਦੀ ਜਗ੍ਹਾ 'ਤੇ ਕੀ ਆ ਰਿਹਾ 1 ਦਾ ਸਕੇਅਰ ਮਾਈਨਸ ਐਕਸ ਸਕੇਅਰ। ਦੈਨ ਇੱਥੇ ਆਪਾਂ ਪੁੱਟ ਕਰ ਸਕਦੇ ਹਾਂ ਪੁੱਟ x ਇਜ਼ ਇਕੁਅਲ ਟੂ ਏ ਜਗ੍ਹਾ 'ਤੇ 1 ਹੈ 1 ਸਾਈਨ ਥੀਟਾ ਦੈਟ ਇਜ਼ x ਨੂੰ ਕੀ ਪੁੱਟ ਕਰ ਦਿਓ ਸਾਈਨ ਥੀਟਾ। ਠੀਕ ਹੈ। ਦੈਨ ਦੇਖੋ ਸਾਡਾ ਸਮ ਬਹੁਤ ਈਜ਼ੀ ਬਣ ਜਾਏਗਾ ਇੱਥੇ y ਇਜ਼ ਇਕੁਅਲ ਟੂ ਆ ਗਿਆ cos ਇਨਵਰਸ 2x ਸੌਰੀ x ਜਗ੍ਹਾ ਤੁਹਾਡੇ ਕੋਲ ਆਇਆ ਨਾ ਸਾਈਨ ਥੀਟਾ ਇੱਥੇ ਆ ਗਿਆ 1 ਮਾਈਨਸ ਸਾਈਨ ਸਕੇਅਰ ਥੀਟਾ। y ਇਜ਼ ਇਕੁਅਲ ਟੂ cos ਇਨਵਰਸ 2 ਸਾਈਨ ਥੀਟਾ 1 ਮਾਈਨਸ ਸਾਈਨ ਸਕੇਅਰ ਕੀ ਹੁੰਦਾ ਜੀ ਸਾਡੇ ਕੋਲ ਜੀ cos ਸਕੇਅਰ ਥੀਟਾ ਸਕੇਅਰ ਨਾਲ ਸਕੇਅਰ ਰੂਟ ਕੱਟ y ਇਜ਼ ਇਕੁਅਲ ਟੂ cos ਇਨਵਰਸ 2 ਸਾਈਨ ਥੀਟਾ cos ਥੀਟਾ। ਤੇ ਦੱਸੋ ਜੀ ਹੁਣ 2 ਸਾਈਨ ਥੀਟਾ cos ਥੀਟਾ ਕਿਹਦੇ ਇਕੁਅਲ ਹੁੰਦਾ ਜੀ ਸਾਈਨ 2 ਥੀਟਾ ਦੇ। ਠੀਕ ਹੈ ਜੀ। ਹੁਣ ਦੇਖੋ ਬਾਹਰ ਸਾਈਨ ਇਨਵਰਸ ਹੁੰਦਾ ਤੇ ਦਿਨ ਤੇ ਬਹੁਤ ਈਜੀ ਸੀਗੀ ਬਾਹਰ ਸਾਈਨ ਇਨਵਰਸ ਆ ਅੰਦਰ ਸਾਈਨ ਆ ਕੇ ਕੱਟ ਹੋ ਜਾਣਾ ਸੀ। ਬਾਹਰ cos ਇਨਵਰਸ ਆ ਕੋਈ ਪ੍ਰੋਬਲਮ ਨਹੀਂ ਅੰਦਰ ਸਾਈਨ ਇਨਵਰਸ ਆ ਕੇ ਸਾਈਨ ਥੀਟਾ ਦੇ ਕੋਲ ਆ ਗਿਆ ਤੇ ਠੀਕ ਹੈ ਅਸੀਂ ਕਨਵਰਟ ਕਰ ਸਕਦੇ ਹਾਂ cos ਇਨਵਰਸ ਸਾਈਨ ਨੂੰ ਕਿਵੇਂ ਕਨਵਰਟ ਕਰਾਂਗੇ cos ਦੇ ਵਿੱਚ cos π/2 ਮਾਈਨਸ ਜੋ ਐਂਗਲ ਹੈਗਾ 2 ਥੀਟਾ ਦੈਨ cos ਨਾਲ cos ਬੇਟਾ ਕੈਂਸਲ ਸਾਡੇ ਕੀ ਆ ਗਿਆ π/2 ਮਾਈਨਸ 2 ਥੀਟਾ। ਠੀਕ ਹੈ। ਹੁਣ ਇੱਥੇ ਥੀਟਾ ਦੀ ਵੈਲਿਊ ਆ ਉਹ ਸਬਸਟੀਟਿਊਟ ਕਰਾਂਗੇ ਸਾਡੇ ਕੋਲ ਥੀਟਾ ਕਿਹਦੇ ਕੋਲ ਆ ਜਾਏਗਾ ਸਾਈਨ ਇਨਵਰਸ x ਦੇ ਇੱਥੇ ਪੁੱਟ ਕਰ ਦਿਓ ਇਹ ਆ ਗਿਆ ਜੀ π/2 ਮਾਈਨਸ 2 ਇੰਟੂ ਸਾਈਨ ਇਨਵਰਸ x। ਠੀਕ ਹੈ ਜੀ। ਹੁਣ ਇਹਦੀ ਕਿ ਆਪਾਂ ਡਿਫਰੈਂਸ਼ੀਏਟ ਜਿਹੜੀ ਆ ਕਰ ਦਿੰਦੇ ਹਾਂ dy/dx ਇਹ ਸਾਡੇ ਕੋਲ ਆ ਜਾਏਗਾ ਇਕੁਅਲ ਟੂ π/2 ਦੀ ਆ ਗਈ 0 ਜੀ ਮਾਈਨਸ 2 ਇੰਟੂ ਸਾਈਨ ਇਨਵਰਸ ਦੀ ਕੀ ਆਏਗੀ ਸਕੇਅਰ ਰੂਟ 1 ਮਾਈਨਸ ਐਕਸ ਸਕੇਅਰ ਆਂਸਰ ਆ ਗਿਆ ਜੀ -2 ਅਪਾਉਨ ਸਕੇਅਰ ਰੂਟ 1 ਮਾਈਨਸ ਐਕਸ ਸਕੇਅਰ। ਠੀਕ ਹੈ ਜੀ। ਇਸ ਤਰੀਕੇ ਨਾਲ ਜਦੋਂ ਸਾਡਾ ਕੋਈ ਵੀ ਐਂਗਲ ਦੇ ਵਿੱਚ ਫਾਰਮੂਲਾ ਡਾਇਰੈਕਟ ਨਾ ਬਣਦਾ ਹੋਏ ਤੇ ਇਵੇਂ ਆਪਾਂ ਇਹਨਾਂ ਰੂਲਸ ਦੇ ਅਕੋਰਡਿੰਗ ਜਿਹੜੀ ਹੈ ਸਬਸਟੀਟਿਊਸ਼ਨ ਹੈ ਉਹ ਆਪਾਂ ਕਰਨੀ ਹੈ। ਠੀਕ ਹੈ। ਦੋ ਕੁ ਐਗਜ਼ਾਮਪਲਸ ਆਪਾਂ ਹੋਰ ਕਰਦੇ ਹਾਂ ਇਹਦੇ ਰਿਲੇਟਡ ਹੀ ਸਬਸਟੀਟਿਊਸ਼ਨ ਦੀਆਂ। ਨੈਕਸਟ ਸਮ ਦੇਖੀ ਬੇਟਾ ਸਾਡੇ ਕੋਲ ਹੈ y ਇਜ਼ ਇਕੁਅਲ ਟੂ tan ਇਨਵਰਸ ਸਕੇਅਰ ਰੂਟ 1 ਪਲੱਸ ਐਕਸ ਸਕੇਅਰ ਮਾਈਨਸ ਐਕਸ ਆਪਾਂ dy/dx ਫਾਈਂਡ ਕਰਨਾ। ਦੇਖੋ ਬੇਟਾ ਫਿਰ ਇੱਥੇ ਡਾਇਰੈਕਟ ਫਾਰਮੂਲਾ ਕੋਈ ਨਹੀਂ ਲੱਗਦਾ ਪਿਆ। ਠੀਕ ਹੈ। ਬਟ ਆਪਾਂ ਦੇਖੀਏ ਸਾਡੇ ਕੋਲ ਇੱਥੇ ਕੀ ਆ ਰਿਹਾ 1 ਪਲੱਸ ਐਕਸ ਸਕੇਅਰ ਆ ਰਿਹਾ ਇਟ ਇਜ਼ ਏ ਸਕੇਅਰ ਪਲੱਸ ਐਕਸ ਸਕੇਅਰ ਕਿਹਾ ਸੀ ਨਾ। ਹੁਣ ਤੁਸੀਂ ਕਹੋਗੇ ਸਰ ਉੱਥੇ ਤੁਸੀਂ ਸਕੇਅਰ ਰੂਟ 'ਚ ਨਹੀਂ ਸੀ ਕਿਹਾ। ਦੇਖੋ ਇਸ ਸਕੇਅਰ ਰੂਟ 'ਚ ਕੋਈ ਪ੍ਰੋਬਲਮ ਨਹੀਂ ਜੇ ਡਾਇਰੈਕਟ ਕੋਈ ਫਾਰਮੂਲਾ ਨਹੀਂ ਬਣਦਾ ਪਿਆ ਦੈਨ ਆਪਾਂ ਇਹੀ ਸੋਚਣਾ ਕਿ ਸਾਡੇ ਕੋਲ ਕੀ ਸਕੇਅਰ ਰੂਟ ਦੇ ਵਿੱਚ ਜਾਂ ਬਾਹਰ 1 ਮਾਈਨਸ ਐਕਸ ਸਕੇਅਰ ਆ ਰਿਹਾ ਜਾਂ ਫਿਰ ਉਹੀ ਏ ਸਕੇਅਰ ਪਲੱਸ ਐਕਸ ਸਕੇਅਰ ਆ ਰਿਹਾ ਜਾਂ ਫਿਰ ਐਕਸ ਸਕੇਅਰ ਮਾਈਨਸ ਏ ਸਕੇਅਰ ਆ ਰਿਹਾ ਦੈਨ ਆਪਾਂ ਇਹਨੂੰ ਸਬਸਟੀਟਿਊਸ਼ਨ ਉਹਦੇ ਅਕੋਰਡਿੰਗ ਕਰਨੀ। ਇੱਥੇ ਸਾਡੇ ਕੋਲ ਆ ਰਿਹਾ ਏ ਸਕੇਅਰ ਪਲੱਸ ਐਕਸ ਸਕੇਅਰ ਏ ਜਗ੍ਹਾ 'ਤੇ 1 ਹੈਗਾ 1 ਪਲੱਸ ਐਕਸ ਸਕੇਅਰ ਸਾਡੇ ਕੋਲ ਆ ਰਿਹਾ ਦੈਨ ਆਪਾਂ ਬੱਚੇ ਕੀ ਸਬਸਟੀਟਿਊਟ ਕਰਦੇ ਸੀ ਜੇ ਸਾਡੇ ਕੋਲ ਏ ਸਕੇਅਰ ਪਲੱਸ ਐਕਸ ਸਕੇਅਰ ਆਏ ਆਪਾਂ ਪੁੱਟ ਕਰਨਾ x ਇਜ਼ ਇਕੁਅਲ ਟੂ tan ਥੀਟਾ। ਠੀਕ ਹੈ। ਇੱਥੇ ਪੁੱਟ ਕਰਾਂਗੇ ਪੁੱਟ x ਇਜ਼ ਇਕੁਅਲ ਟੂ tan ਥੀਟਾ। ਦੇਖੋ y ਇਜ਼ ਇਕੁਅਲ ਟੂ tan ਇਨਵਰਸ ਸਕੇਅਰ ਰੂਟ 1 ਪਲੱਸ
tan square theta minus tan theta। नेक्स्ट की जी y इज इक्वल टू tan इनवर्स। हुण 1 प्लस tan स्केयर सब नूं पता कि इक्वल हुंदा जी सीकंट स्केयर थीटा दे माइनस tan थीटा। y इज इक्वल टू tan इनवर्स स्केयर ना स्केयर रूट कट, ये आ गया जी सीकंट थीटा माइनस tan थीटा। लो जी इत्थे पहुँच गए आपां। हुण कहोगे सर सबस्टिट्यूशन तो बाद आप इत्थे पहुँच गए, हुण अगे की करिए? अगे कोई प्रॉब्लम नहीं, की करते हैं सीकेंट नू कन्वर्ट कर लिए साइन कॉस दे विच, ये आ गया 1 बाय कॉस थीटा। टैन भी कन्वर्ट कर लिए साइन कॉस, ये आ गया साइन थीटा बाय कॉस थीटा। ठीक है जी। हुण अगे एलसीएम ले लिए, साडे कोल एलसीएम क्या आ जाएगा y इज इक्वल टू टैन इनवर्स, ऊपर आ गया जी 1 माइनस साइन थीटा, नीचे साडे कोल आ गया जी कॉज थीटा। लो जी साडा सम हुण काहदे विच कन्वर्ट हो गया कि जिहड़ा साडे कोल एंगल आ रहा है, एंगल साडे कोल हुण किहदे विच आ गया जी ट्रिग्नोमैट्री फंक्शन दे विच। ते आई थिंक इहदे नाल दे एंगल्स आपां काफ़ी सॉल्व कीते होए आ कि जदों भी साडे कोल इदां दा कुछ एंगल हुंदा सी ते आपां 1 माइनस साइन थीटा जगह ते प्रॉपर्टी यूज़ करदे सी स्केयर रूट वाली, ते कॉस थीटा जगह ते आपां यूज़ करना है कॉस स्केयर थीटा बाय 2 माइनस साइन स्केयर थीटा बाय 2। ठीक है जी। ਇਹਦੀ जगह ਦੇ ਵਿੱਚ प्रॉपर्टी ਸਾਡੀ ਕਿਹੜੀ यूज़ होएगी y इज इक्वल टू टैन इनवर्स 1 माइनस बेटा साइन थीटा ਨੂੰ ਆਪਾਂ कन्वर्ट करके लिखते सी, ਤੁਹਾਨੂੰ याद होएगा काफ़ी सम सॉल्व किए ਉਹਦੇ ਨਾਲ ਦੇ, मैं डायरेक्ट लिख रहा ਇਹਨੂੰ cos थीटा बाय 2 माइनस साइन थीटा बाय 2 ਦਾ होल स्केयर ਦੇ ਵਿੱਚ। ठीक है। तो ये साडे कोल नीचे cos थीटा प्रॉपर्टी लगनी सी cos स्केयर थीटा बाय 2 माइनस साइन स्केयर थीटा बाय 2। ठीक है। देखो की यूज़ किया कॉस थीटा की डायरेक्ट प्रॉपर्टी यूज़ की, तुहानूं जी लिखवाई सी पहला भी लास्ट लैक्चरस के दसिया सी कि कॉस थीटा साडे कोल किहदे इक्वल हुंदा कॉस के थीटा बाय 2 माइनस साइन के थीटा बाय 2। तो उपर की कीता सी साइन थीटा जगह तो यूज़ किया 2 साइन थीटा बाय 2 कॉस थीटा बाय 2, तो 1 की जगह यूज़ किया कॉस के थीटा बाय 2 प्लस साइंस के थीटा बाय 2। तो ये साडे कोल आइडेंटिटी बन गई ए माइनस बी का होल स्केयर की। ठीक है जी। हुण दी ए स्केयर माइनस बी स्केयर आ रहा, दैन सॉल्व कर लिए अगे अपन साडे कोल आ गया y इज इक्वल टू टैन इनवर्स साडे कोल बच्चे एंगल दे विच की आ गए थे, हुण इत्थे आ गया जी cos थीटा बाय 2 माइनस साइन थीटा बाय 2 दा होल स्केयर, नीचे आ गया जी cos थीटा बाय 2 प्लस साइन थीटा बाय 2 a प्लस बी, तो नाल बेटा आएगा साडे कोल a माइनस बी cos थीटा बाय 2 माइनस साइन थीटा बाय 2। और देखो जी एक पावर इतना कैंसल हो गई, बाकी साडे कोल एंगल बच गया जी y इज इक्वल टू टैन इनवर्स, ऊपर आ गया जी cos थीटा बाय 2 माइनस साइन थीटा बाय 2, नीचे आ गया जी cos थीटा बाय 2 प्लस साइन थीटा बाय 2। देखो एक ही सम च बहुत सारी प्रॉपर्टी यूज़ हुई हैं, पहले सबस्टिट्यूशन फिर ट्रिग्नोमैट्री एंगल आ गया, उन्होंने आप सिंपलैस फॉर्म जिवें कन्वर्ट करते थे फॉर्मूला अप्लाई किया। हुण बेटे इत्थे आपां करदे सी उन्हां कोल उपर कॉस साइन प्लस माइनस हुंदे होण, दैन आपां उपर नीचे कॉस नाल डिवाइड करते हैं, तो मैं डायरेक्ट लिख रहा डिवाइड करने तो बाद साडे की बन गए थे 1 माइनस टैन थीटा बाय 2, नीचे बन गया 1 प्लस टैन थीटा बाय 2। ये साडे कोल प्रॉपर्टी हुंदी है डायरेक्ट जी की जी टैन पाई बाय 4 माइनस थीटा बाय 2, तो टैन नाल टैन हो गया जी कैंसल, तो वाई साडे कोल आ गया जी पाई बाय 4 माइनस थीटा बाय 2। देखो जी हुण सिंपलीफाई हो गया, हुण अगे डिफरेंशिएट करांगे, थीटा जगह ते पुट करांगे जी, थीटा की वैल्यू की आएगी जी टैन इनवर्स एक्स, ये अगे बच्चे डिफरेंशिएट कर देनी है। ठीक है। इसका देखो सबस्टिट्यूशन दे विच देखो असीं डायरेक्ट फॉर्मूला नहीं बनया, दैन आपां रूल्स दे रूल 3-4 कीते आपां उहदे अकॉर्डिंग सबस्टिट्यूशन की, देखो सबस्टिट्यूशन करके साडा सम काहदे विच कन्वर्ट हो गया कि एंगल आ गया साडे कोल ट्रिग्नोमैट्री फंक्शन च, उन्होंने बच्चे आपां सिंपलैस्ट फॉर्म दे विच कन्वर्ट करके दैन आपां इहनूं सॉल्व किया। तो इस तो अगे बेटा आपां कर लैना, एक स्टैप रह गया बस होर, उहदे च थीटा की वैल्यू टैन इनवर्स एक्स पुट करनी है, तो बस इहनूं डिफरेंशिएट करना है। ठीक है। एक सम होर करते हैं आपां, फिर लैक्चर बच्चे फिनिश करते हैं। देखो बेटा जी सम दे विच की है
y इज़ इक्वल टू साइन इनवर्स स्केयर रूट 1 प्लस x बाई 2 फाइंड करना dy बाई dx। ਹੁਣ ਦੇਖੋ ਇੰਡੀਆ ਦੇ ਸਮਸ ਨੂੰ ਆਪਾਂ ਡਾਇਰੈਕਟ ਵੀ ਡਿਫਰੈਂਸ਼ੀਏਟ ਕੀਤਾ ਹੋਇਆ ਸਟਾਰਟਿੰਗ ਦੇ ਵਿੱਚ, ਬਟ ਕੀ ਸਬਸਟੀਟਿਊਸ਼ਨ ਦੇ ਨਾਲ ਕੋਈ ਇੱਥੇ ਫਾਰਮੂਲਾ ਬਣਦਾ ਪਿਆ? ਆਈ ਥਿੰਕ ਨਹੀਂ, ਕੋਈ ਵੀ ਫਾਰਮੂਲੇ ਵਿੱਚ ਇੱਦਾਂ 1 ਪਲੱਸ x ਬਾਈ 2 ਸਮਥਿੰਗ ਫਾਰਮੂਲਾ ਨਹੀਂ ਸੀ। ਦੈਨ ਜੇ ਆਪਾਂ ਸਬਸਟੀਟਿਊਸ਼ਨ ਕਰਨੀ ਇਹਨੂੰ ਤੇ ਕਿਵੇਂ ਕਰ ਸਕਦੇ ਹਾਂ? ਆਪਾਂ ਪੜ੍ਹਿਆ ਸੀ ਸਕੇਅਰ ਰੂਟ ਦੇ ਵਿੱਚ 1 ਪਲੱਸ x ਆ ਰਿਹਾ ਹੋਏ ਤੇ x ਜਗ੍ਹਾ ਕੀ ਪੁੱਟ ਕਰ ਦੇਣਾ ਹੈ cos ਥੀਟਾ, ਇਹੀ ਬੱਚੇ ਆਪਾਂ ਯੂਜ਼ ਕਰਾਂਗੇ। ਪੁੱਟ ਕਰਾਂਗੇ x ਇਜ਼ ਇਕੁਅਲ ਟੂ cos ਥੀਟਾ, ਦੈਨ ਸਾਡੇ ਇਹ ਬਣ ਗਿਆ y ਇਜ਼ ਇਕੁਅਲ ਟੂ ਸਾਈਨ ਇਨਵਰਸ ਸਕੇਅਰ ਰੂਟ 1 ਪਲਸ cos ਥੀਟਾ डिवाइड बाई 2, ठीक है। देन जी 1 प्लस cos थीटा किहदे इक्वल हुंदा जी 2 cos स्केयर थीटा बाई 2 दे, 2 नाल 2 कैंसल, स्केयर रूट नाल स्केयर रूट कैंसल, ये आ गया जी y इज़ इक्वल टू साइन इनवर्स, इत्थे कला बच गया जी cos थीटा बाई 2। हुण देखो जी आपां बाहर साइन इनवर्स आ, अंदर cos है जी, देन की करिए cos ਨੂੰ साइन 'ਚ कन्वर्ट करिए किमें साइन पाई बाई 2 माइनस थीटा बाई 2, ठीक है जी। हुण साइन नाल साइन हो गया जी कैंसल, तो वाई की आ गया जी पाई बाई 2 माइनस थीटा बाई 2। हुण इत्थे अगे आपां जी वैल्यू पुट कर दी थीटा दी, थीटा वैल्यू की आ गई cos इनवर्स x वाई बाई 2 माइनस cos इनवर्स x बाई 2, इहदी कर दो डिफरेंशिएशन जी अगे। हुण की आएगी जी डी वाई बाई डी एक्स विद रिस्पैक्ट टू एक्स करनी आप, पाई बाई 2 की आ गई 0 तो यदी आ गई जी 0 माइनस 1 बाई 2 इंटू माइनस 1 अपॉन स्केयर रूट 1 माइनस एक्स स्केयर, ठीक है। माइनस माइनस प्लस हो गए तो डी वाई बाई डी एक्स साढ़े को आ गया 1 बाई 2 इंटू स्केयर रूट 1 माइनस एक्स स्केयर, ठीक है जी। ये सी बच्चे अड्डी सबस्टिट्यूशन के रूल्स जिन्हां दे नाल आपां जी डायरैक्ट फार्मूला बनता होए बेटा तो आपां किवें सबस्टिट्यूशन करनी है, डायरैक्ट फार्मूला ना बनता होए तो दूसरे बच्चे रूल्स के अकॉर्डिंग आपां जो सबस्टिट्यूशन करनी उन्होंने सीखिया। जे दोनों चीज़ें ना होण, सबस्टिट्यूशन पॉसीबल ही ना लगती होए, दैन ट्रिग्नोमेट्री भी ना अप्लाई होंदियां होण तो आपां बच्चे डायरैक्ट फिर डिफरेंशिएट करके उन्होंने सॉल्व कर सकते हैं, ठीक है जी। होप कर तुहानूं ये जिहड़ा टॉपिक है समझ आ गया होएगा। तो नैक्सट बच्चे हुण आपां ये तुसीं इहदे रिलेटेड जिन्ने भी सम्स ने उन्होंने सॉल्व करना, फिर नैक्सट लैक्चर दे विच कुछ होर इन्वर्स ट्रिग्नोमेट्री डिफरेंट जो टॉपिक है वो आपां लैके आवांगे। थैंक यू जी।